मैं हरविंदर कौर असिस्टेंट प्रोफैसर पोस्ट ग्रैजुएट पंजाबी विभाग GGD SD कालेज हरियाणा ਜ਼ਿਲ੍ਹਾ ਹੁਸ਼ਿਆਰਪੁਰ ਅੱਜ ਤੁਹਾਡੇ ਨਾਲ ਸੁਲਤਾਨ ਬਾਹੂ ਦੇ ਸਿਹਰਫੀ ਕਾਵਿ ਦੀਆਂ ਕਾਵਿ ਜੁਗਤਾਂ ਬਾਰੇ ਗੱਲ ਕਰਾਂਗੀ। ਇਸ ਵਿਸ਼ੇ ਨੂੰ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵੱਲੋਂ MA ਪੰਜਾਬੀ ਸਮੈਸਟਰ ਦੂਜੇ ਦੇ ਸਿਲੇਬਸ ਵਿੱਚ ਸ਼ਾਮਿਲ ਕੀਤਾ ਗਿਆ ਹੈ। ਕਾਵਿ ਕਲਾ ਜਾਂ ਕਾਵਿ ਜੁਗਤਾਂ ਕਵਿਤਾ ਵਿੱਚ ਵਿਚਾਰਾਂ ਤੇ ਭਾਵਾਂ ਨੂੰ ਪ੍ਰਗਟਾਉਣ ਦਾ ਢੰਗ ਹੁੰਦੀਆਂ ਹਨ। ਹਰ ਕਵੀ ਦੀ ਆਪਣੀ ਹੀ ਕਾਵਿ ਸ਼ੈਲੀ ਜਾਂ ਕਾਵਿ ਜੁਗਤਾਂ ਹੁੰਦੀਆਂ ਹਨ, ਜਿਸ ਵਿੱਚੋਂ ਕਵੀ ਦੇ ਸ਼ਖਸੀ ਜੀਵਨ ਦਾ ਨਿਰੂਪਣ ਵੀ ਹੁੰਦਾ ਹੈ। ਸੁਲਤਾਨ ਬਾਹੂ ਪੰਜਾਬੀ ਸੂਫੀ ਕਾਵਿ ਵਿੱਚ ਆਪਣੀਆਂ ਵਿਲੱਖਣ ਕਾਵਿ ਜੁਗਤਾਂ ਕਰਕੇ ਨਿਵੇਕਲੀ ਆਭਾ ਰੱਖਦਾ ਹੈ। ਉਸ ਦਾ ਸੰਬੰਧ ਕਾਦਰੀ ਸੰਪਰਦਾ ਨਾਲ ਸੀ। ਕਾਦਰੀ ਸੂਫੀਆਂ ਵਿੱਚ ਹੂ ਦੇ ਵਿਰਦ ਦੀ ਖਾਸ ਮਹੱਤਤਾ ਹੈ। ਅਸਲ ਵਿੱਚ ਆਪ ਦੇ ਸਿਹਰਫੀ ਕਾਵਿ ਦਾ ਧੁਰਾ ਹੀ ਹੂ ਜਾਂ ਅੱਲਾ ਦੀ ਜਾਤ ਹੈ ਅਤੇ ਇਸੇ ਨੂੰ ਦ੍ਰਿੜ ਕਰਵਾਉਣ ਲਈ ਆਪ ਨੇ ਹਰ ਪੰਕਤੀ ਦੇ ਅੰਤ ਵਿੱਚ ਹੂ ਦੀ ਵਰਤੋਂ ਕੀਤੀ ਹੈ। ਇਸ ਕਾਵਿ ਜੁਗਤ ਰਾਹੀਂ ਬਾਹੂ ਨੇ ਆਪਣੇ ਆਪ ਦੀ ਪੰਜਾਬੀ ਸੂਫੀ ਕਾਵਿ ਵਿੱਚ ਨਿਵੇਕਲੀ ਪਛਾਣ ਬਣਾਈ ਹੈ। ਕਾਵਿ ਰੂਪ ਸੂਫੀ ਕਾਵਿ ਧਾਰਾ ਦਾ ਸਿਰਕੱਢ ਅਤੇ ਮਹੱਤਵਪੂਰਨ ਕਵੀ ਸੁਲਤਾਨ ਬਾਹੂ ਹੈ, ਜਿਸ ਦੀਆਂ ਸਿਹਰਫੀਆਂ ਵਿਸ਼ੇ ਅਤੇ ਰੂਪ ਪੱਖ ਤੋਂ ਵਿਸ਼ੇਸ਼ ਮਹੱਤਵ ਦੀਆਂ ਧਾਰਨੀ ਹਨ। ਡਾਕਟਰ ਹਰਜਿੰਦਰ ਸਿੰਘ ਢਿੱਲੋਂ ਦਾ ਵਿਚਾਰ ਹੈ ਕਿ ਬਾਬਾ ਫਰੀਦ ਸ਼ਕਰਗੰਜ ਨੇ 12ਵੀਂ-13ਵੀਂ ਸਦੀ ਵਿੱਚ ਪੰਜਾਬੀ ਭਾਸ਼ਾ ਵਿੱਚ ਜਿਸ ਸੂਫੀ ਕਾਵਿ ਪਰੰਪਰਾ ਦੀ ਆਧਾਰਸ਼ਿਲਾ ਰੱਖੀ, ਸੁਲਤਾਨ ਬਾਹੂ ਨੇ ਆਪਣੀ ਸ਼ਖਸੀਅਤ ਅਤੇ ਵਿਚਾਰਾਂ ਦੁਆਰਾ ਉਸ ਨੂੰ ਵਿਸਤਾਰ ਪ੍ਰਦਾਨ ਕੀਤਾ ਅਤੇ ਲੋਕ ਮਾਨਸਿਕਤਾ ਵਿੱਚ ਮਕਬੂਲ ਬਣਾਇਆ। ਪੰਜਾਬੀ ਭਾਸ਼ਾ ਵਿੱਚ ਪ੍ਰਾਪਤ ਹੋਣ ਵਾਲੀ ਬਾਹੂ ਦੀ ਰਚਨਾ ਸਿਹਰਫੀ ਦੇ ਰੂਪ ਵਿੱਚ ਹੈ। ਸੁਲਤਾਨ ਬਾਹੂ ਦੀਆਂ ਸਿਹਰਫੀਆਂ ਦੇ ਬੰਦਾਂ ਦੀ ਗਿਣਤੀ ਵੱਖ-ਵੱਖ ਖਰੜਿਆਂ ਅਤੇ ਵਿਦਵਾਨਾਂ ਅਨੁਸਾਰ ਭਿੰਨ-ਭਿੰਨ ਦਿੱਤੀ ਗਈ ਹੈ। ਸੁਲਤਾਨ ਬਾਹੂ ਨੇ ਆਪਣੇ ਵਿਚਾਰਾਂ ਦਾ ਪ੍ਰਗਟਾਵਾ ਸਿਹਰਫੀ ਦੇ ਮਾਧਿਅਮ ਰਾਹੀਂ ਕੀਤਾ। ਫਾਰਸੀ ਵਰਣਮਾਲਾ ਭਾਵ ਫਾਰਸੀ ਅੱਖਰਾਂ ਦੇ ਆਧਾਰ 'ਤੇ ਰਚੀ ਗਈ ਕਵਿਤਾ ਸਿਹਰਫੀ ਕਹੀ ਜਾਂਦੀ ਹੈ। ਸੁਲਤਾਨ ਬਾਹੂ ਦੇ ਪ੍ਰਵੇਸ਼ ਨਾਲ ਪੰਜਾਬੀ ਕਾਵਿ ਸਾਹਿਤ ਵਿੱਚ ਪਹਿਲੀ ਵਾਰ ਸਿਹਰਫੀ ਕਾਵਿ ਰੂਪ ਦੀ ਸਥਾਪਨਾ ਹੋਈ ਅਤੇ ਉਸ ਦੇ ਅਨੇਕਾਂ ਪੂਰਵਵਰਤੀ ਪੰਜਾਬੀ ਸੂਫੀ ਕਵੀਆਂ ਅਤੇ ਕਿੱਸਾਕਾਰਾਂ ਨੇ ਇਸ ਕਾਵਿ ਰੂਪ ਨੂੰ ਆਪਣੇ ਸੂਫੀ ਰਹੱਸਵਾਦੀ ਅਥਵਾ ਅਧਿਆਤਮਕ ਅਤੇ ਦੁਨਿਆਵੀ ਇਸ਼ਕ ਦੇ ਵਿਚਾਰ ਪ੍ਰਗਟਾਵੇ ਦਾ ਆਧਾਰ ਬਣਾਇਆ। ਛੰਦ ਵਿਧਾਨ ਸੁਲਤਾਨ ਬਾਹੂ ਦੇ ਸਿਹਰਫੀ ਕਾਵਿ ਦਾ ਨਾਮ ਵਧੇਰੇ ਵਿਦਵਾਨਾਂ ਨੇ ਅਭਿਆਤ ਦਿੱਤਾ ਹੈ, ਜਿਸ ਦਾ ਅਰਥ ਹੈ ਬਹੁਤੇ ਬੈਂਤ। ਪੰਜਾਬੀ ਵਿੱਚ ਵੀ ਕਈ ਲੇਖਕ ਇਸ ਰਚਨਾ ਨੂੰ ਬੈਂਤ ਸੁਲਤਾਨ ਬਾਹੂ ਦਾ ਨਾਮ ਦਿੰਦੇ ਹਨ। ਜੇਕਰ ਪਿੰਗਲ ਦੇ ਨਜ਼ਰੀਏ ਤੋਂ ਵੇਖੀਏ ਤਾਂ ਇਹ ਕਾਵਿ ਤੁਕਾਂ ਬੈਂਤ ਛੰਦ ਅਨੁਸਾਰ ਨਹੀਂ ਹਨ। ਡਾਕਟਰ ਜੀਤ ਸਿੰਘ ਸੀਤਲ ਦੇ ਵਿਚਾਰ ਅਨੁਸਾਰ ਸੁਲਤਾਨ ਬਾਹੂ ਨੇ ਪ੍ਰਮੁੱਖ ਤੌਰ 'ਤੇ
ਬੈਂਤ ਜਾਂ ਦੋਹੜਾ ਛੰਦ ਦੀ ਵਰਤੋਂ ਕੀਤੀ ਹੈ। ਦੂਸਰੇ ਪਾਸੇ ਪ੍ਰੋਫੈਸਰ ਮੋਹਨ ਸਿੰਘ ਨੇ ਸੁਲਤਾਨ ਬਾਹੂ ਦੁਆਰਾ ਵਰਤੇ ਛੰਦ ਨੂੰ ਤਾਟੰਕ ਛੰਦ ਕਿਹਾ ਹੈ, ਪਰ ਡਾਕਟਰ ਹਰਜਿੰਦਰ ਸਿੰਘ ਢਿੱਲੋਂ ਇਹਨਾਂ ਨਾਲ ਅਸਹਿਮਤੀ ਪ੍ਰਗਟ ਕਰਦਾ ਹੋਇਆ ਲਿਖਦਾ ਹੈ ਕਿ ਇਹ ਠੀਕ ਹੈ ਕਿ ਮੱਧਕਾਲ ਵਿੱਚ ਬੈਂਤ ਛੰਦ ਪੰਜਾਬੀ ਸ਼ਾਇਰਾਂ ਦਾ ਇੱਕ ਹਰਮਨ ਪਿਆਰਾ ਤੇ ਮਕਬੂਲ ਛੰਦ ਸੀ ਅਤੇ ਲੋਕ ਮਾਨਸਿਕਤਾ ਦਾ ਅੰਗ ਬਣ ਚੁੱਕਾ ਸੀ। ਕਾਫੀ ਸਾਰੀਆਂ ਸਿਹਰਫੀ ਰਚਨਾਵਾਂ ਇਸੇ ਛੰਦ ਵਿੱਚ ਲਿਖੀਆਂ ਗਈਆਂ ਸਨ, ਪਰੰਤੂ ਸੁਲਤਾਨ ਬਾਹੂ ਦੀ ਸਿਹਰਫੀ ਬੈਂਤ ਛੰਦ ਵਿੱਚ ਨਹੀਂ। ਜੇਕਰ ਸੁਲਤਾਨ ਬਾਹੂ ਦੀ ਰਚਨਾ ਦਾ ਨਿਕਟਵਰਤੀ ਅਧਿਐਨ ਕੀਤਾ ਜਾਵੇ ਤਾਂ ਉਸ ਦੀ ਰਚਨਾ ਦੋਹੜੇ ਨਾਲੋਂ ਵੀ ਤਾਟੰਕ ਛੰਦ ਦੇ ਵਧੇਰੇ ਨਿਕਟਵਰਤੀ ਹੈ। ਇੱਥੇ ਇਹ ਗੱਲ ਵਰਣਨਯੋਗ ਹੈ ਕਿ ਬਾਹੂ ਨੇ ਇਸ ਛੰਦ ਨੂੰ ਵੀ ਪੂਰਨ ਕੱਟੜਤਾ ਨਾਲ ਨਹੀਂ ਨਿਭਾਇਆ। ਉਹ ਇਸ ਦੇ ਪ੍ਰਯੋਗ ਵਿੱਚ ਕਾਫੀ ਖੁੱਲ੍ਹ ਲੈ ਗਿਆ ਹੈ। ਉਸ ਦੇ ਬੰਦ ਜਿੱਥੇ ਵਧੇਰੇ ਕਰਕੇ 4 ਤੁਕੀਏ ਹਨ, ਉੱਥੇ ਉਸ ਨੇ ਇਸ ਤੋਂ ਵਧੇਰੇ ਭਾਵ 5 ਅਤੇ 6 ਤਕੀਏ ਬੰਦ ਵੀ ਦਿੱਤੇ ਹਨ। ਸਰੋਦੀ ਹੂਕ। ਸੁਲਤਾਨ ਬਾਹੂ ਨੇ ਆਪਣੀ ਕਾਵ ਰਚਨਾ ਨੂੰ ਹੂ ਜਾਂ ਅੱਲਾ ਦੀ ਜਾਤ ਨਾਲ ਕੇਂਦਰਿਤ ਕੀਤਾ ਹੈ, ਰੱਬ ਦੇ ਨਾਂ ਤੇ। ਫਿਰ ਉਸ ਨੂੰ ਹੂ ਦੀ ਸੰਗੀਤਕ ਤੇ ਸਰੋਦੀ ਹੂਕ ਦੀ ਛੋਹ ਦੇ ਕੇ ਬਾਹੂ ਨੇ ਕਾਵ ਪ੍ਰਭਾਵ ਨੂੰ ਤੀਬਰ ਕਰ ਲਿਆ ਹੈ। ਜਿੱਥੇ ਉਹ ਹੂ ਦਾ ਲੰਮੀ ਹੇਕ ਵਾਲਾ ਆਵਾਜ਼ਾਂ ਪੈਦਾ ਕਰਦਾ ਹੈ, ਉੱਥੇ ਸ਼ਬਦਾਂ ਦੀ ਸੁਚੱਜੀ ਜੜਤ ਰਾਹੀਂ ਸੰਗੀਤਮਈ ਪ੍ਰਭਾਵ ਨੇ ਕਮਾਲ ਕਰ ਵਿਖਾਇਆ ਹੈ। ਸੁਲਤਾਨ ਬਾਹੂ ਦੀ ਕਾਵ ਸ਼ੈਲੀ ਦੀ ਸਰੋਦੀ ਹੂਕ ਨਾਦ, ਲੈ ਅਤੇ ਰਿਦਮ ਵਿੱਚ ਅਨੋਖਾ ਰੰਗ ਭਰ ਦਿੰਦੀ ਹੈ। ਸੂਫੀ ਕਵੀ ਅਧਿਆਤਮਕ ਭਾਵਾਂ ਅਤੇ ਵਿਚਾਰਾਂ ਦੇ ਅਮੁੱਕਵੇਂ ਵੇਗ ਅੱਗੇ ਸਥਾਪਿਤ ਕਾਵ ਨਿਯਮਾਂ ਤੋਂ ਮੁਕਤ ਹੋ ਕੇ ਕਈ ਵਾਰ ਵਿਚਾਰ ਪ੍ਰਗਟਾਵਾ ਕਰ ਜਾਂਦੇ ਹਨ। ਸੁਲਤਾਨ ਬਾਹੂ ਅਜਿਹੇ ਸੂਫੀ ਕਵੀਆਂ ਵਿੱਚੋਂ ਇੱਕ ਹੈ। ਕਈ ਥਾਈਂ ਬਾਹੂ 2-2 ਤੁਕਾਂ ਦਾ ਤੁਕਾਂਤ ਮੇਲ ਦਿੰਦਾ ਹੈ। ਬੋਲੀ ਤੇ ਸ਼ੈਲੀ। ਸੁਲਤਾਨ ਬਾਹੂ ਦੀ ਰਚਨਾ ਦੀ ਕਾਵਿ ਬੋਲੀ ਮੂਲ ਰੂਪ ਵਿੱਚ ਕੇਂਦਰੀ ਪੰਜਾਬੀ ਹੈ, ਪਰ ਇਸ ਉੱਪਰ ਲਹਿੰਦੀ ਖਾਸ ਕਰਕੇ ਝਾਂਗੀ ਦਾ ਕਾਫੀ ਪ੍ਰਭਾਵ ਹੈ। ਇਸ ਦਾ ਕਾਰਨ ਇਹ ਹੈ ਕਿ ਬਾਹੂ ਝੰਗ ਦੇ ਇਲਾਕੇ ਦਾ ਨਿਵਾਸੀ ਸੀ। ਅਰਬੀ ਤੇ ਫਾਰਸੀ ਦਾ ਵਿਦਵਾਨ ਹੋਣ ਕਾਰਨ ਆਪ ਦੇ ਸਿਹਰਫੀ ਸਾਹਿਤ ਵਿੱਚ ਇਹਨਾਂ ਬੋਲੀਆਂ ਦੀ ਸ਼ਬਦਾਵਲੀ ਦਾ ਆ ਜਾਣਾ ਸੁਭਾਵਿਕ ਹੈ। ਕੁਰਾਨ ਮਜੀਦ ਦੀਆਂ ਕੁਝ ਆਇਤਾਂ ਦੀ ਵਰਤੋਂ ਵੀ ਕੀਤੀ ਗਈ ਹੈ। ਅਸਲ ਗੱਲ ਤਾਂ ਇਹ ਹੈ ਕਿ ਸੁਲਤਾਨ ਬਾਹੂ ਵਿਸ਼ਾਲ ਸ਼ਬਦਾਵਲੀ ਦਾ ਮਾਲਕ ਸੀ। ਉਹ ਆਪਣੇ ਸਿਹਰਫੀ ਸਾਹਿਤ ਵਿੱਚ ਅਮੁੱਕ ਸ਼ਬਦ ਭੰਡਾਰ ਦਾ ਪ੍ਰਦਰਸ਼ਨ ਨਹੀਂ ਕਰਦਾ, ਸਗੋਂ ਸਹਿਜੇ ਹੀ ਪਾਠਕ ਉੱਤੇ ਆਪਣੀ ਸ਼ਬਦਾਵਲੀ ਦਾ ਡੂੰਘਾ ਪ੍ਰਭਾਵ ਪਾ ਜਾਂਦਾ ਹੈ। ਡਾਕਟਰ ਹਰਜਿੰਦਰ ਸਿੰਘ ਢਿੱਲੋਂ ਅਨੁਸਾਰ ਸੁਲਤਾਨ ਬਾਹੂ ਦੀ ਰਚਨਾ ਭਾਸ਼ਾ ਪ੍ਰਯੋਗ ਦੀ ਦ੍ਰਿਸ਼ਟੀ ਤੋਂ ਮਹੱਤਵਸ਼ੀਲ ਹੈ। ਭਾਵੇਂ ਉਸ ਦੀ ਰਚਨਾ ਠੇਠ ਅਥਵਾ ਕੇਂਦਰੀ ਪੰਜਾਬੀ ਵਿੱਚ ਹੈ, ਪਰੰਤੂ ਬਾਹੂ ਜਿਸ ਇਸਲਾਮੀ ਪਿਛੋਕੜ ਨਾਲ ਸੰਬੰਧਿਤ ਸੀ, ਉਸ ਕਾਰਨ ਉਸ ਦੀ ਰਚਨਾ ਵਿੱਚ ਅਰਬੀ, ਫਾਰਸੀ ਸ਼ਬਦਾਵਲੀ ਢੇਰ ਮਾਤਰਾ ਵਿੱਚ ਉਪਲਬਧ ਹੈ। ਨਵੇਂ ਸ਼ਬਦਾਂ ਦਾ ਨਿਰਮਾਣ। ਸੁਲਤਾਨ ਬਾਹੂ ਨੇ
ਆਪਣੀ ਲੋੜ ਅਨੁਸਾਰ ਕੁਝ ਨਵੇਂ ਸ਼ਬਦ ਵੀ ਘੜੇ ਹਨ। ਸੰਜਮ, ਸਹਿਜ ਅਤੇ ਪ੍ਰਬੀਨਤਾ ਉਹਨਾਂ ਦੀਆਂ ਸਿਹਰਫੀਆਂ ਵਿੱਚ ਇਤਨੀ ਹੈ ਕਿ ਹਰ ਸਿਹਰਫੀ ਅਤ ਦੀ ਭਾਵਪੂਰਤ ਲੱਗਦੀ ਹੈ। ਦੂਸਰਾ, ਸਰਲਤਾ, ਸਪਸ਼ਟਤਾ ਅਤੇ ਸਾਦਗੀ ਉਸ ਵਿੱਚ ਇਤਨੀ ਹੈ ਕਿ ਸਧਾਰਨ ਤੋਂ ਸਧਾਰਨ ਵਿਅਕਤੀ ਵੀ ਇਸ ਨੂੰ ਆਸਾਨੀ ਨਾਲ ਸਮਝ ਸਕਦਾ ਹੈ। ਬਹੁਤ ਥਾਈਂ ਸੁਲਤਾਨ ਬਾਹੂ ਮੁਸਲਮਾਨੀ ਧਾਰਮਿਕ ਮੁਹਾਵਰੇ ਅਤੇ ਕੁਰਾਨ ਮਜੀਦ ਦੀਆਂ ਆਇਤਾਂ ਦਾ ਸੰਖੇਪ ਰੂਪ ਵੀ ਵਰਤ ਜਾਂਦਾ ਹੈ। ਪ੍ਰਤੀਕ ਵਿਧਾਨ। ਸੁਲਤਾਨ ਬਾਹੂ ਦੇ ਪ੍ਰਤੀਕ ਵਿਧਾਨ ਬਾਰੇ ਵਿਚਾਰ ਵਟਾਂਦਰਾ ਕਰਨ ਤੋਂ ਪਹਿਲਾਂ ਪ੍ਰਤੀਕ ਦੀ ਪਰਿਭਾਸ਼ਾ ਕਰਨੀ ਜ਼ਰੂਰੀ ਹੈ। ਪ੍ਰਤੀਕ ਅੰਗਰੇਜ਼ੀ ਸ਼ਬਦ ਸਿੰਬਲ ਦਾ ਪੰਜਾਬੀ ਅਨੁਵਾਦ ਹੈ। ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪੰਜਾਬੀ ਸਾਹਿਤ ਕੋਸ਼ ਅਨੁਸਾਰ ਪ੍ਰਤੀਕਵਾਦ ਕਾਵਿ ਦਾ ਇੱਕ ਪ੍ਰਗਟਾਵਾ ਹੈ। ਇਸ ਵਿੱਚ ਪ੍ਰਤੀਕਾਂ ਰਾਹੀਂ ਜੀਵਨ ਦੇ ਬੌਧਿਕ, ਸਦਾਚਾਰਕ ਤੇ ਭਾਵੁਕ ਅਰਥ ਜਾਂ ਕੀਮਤਾਂ ਪ੍ਰਗਟ ਕੀਤੀਆਂ ਜਾਂਦੀਆਂ ਹਨ। ਸੁਲਤਾਨ ਬਾਹੂ ਦੀਆਂ ਸਿਹਰਫੀਆਂ ਵਿੱਚ ਵੀ ਨਵੇਂ ਤੇ ਮੌਲਿਕ ਪ੍ਰਤੀਕਾਂ ਦੀ ਵਰਤੋਂ ਹੋਈ ਹੈ। ਡਾਕਟਰ ਹਰਜਿੰਦਰ ਸਿੰਘ ਢਿੱਲੋਂ ਅਨੁਸਾਰ ਸੁਲਤਾਨ ਬਾਹੂ ਦੁਆਰਾ ਪ੍ਰਯੋਗ ਵਿੱਚ ਲਿਆਂਦੇ ਗਏ ਪ੍ਰਤੀਕ ਉਸ ਦੀ ਰਚਨਾ ਦਾ ਵਿਸ਼ੇਸ਼ ਅੰਗ ਸਥਾਪਿਤ ਹੁੰਦੇ ਹਨ। ਚਿੰਨ੍ਹ ਤੇ ਰੂਪਕਾਂ ਦੀ ਵਰਤੋਂ। ਸੁਲਤਾਨ ਬਾਹੂ ਨੇ ਢੁਕਵੇਂ ਚਿੰਨ੍ਹ ਅਤੇ ਰੂਪਕਾਂ ਦੀ ਵਰਤੋਂ ਕਰਕੇ ਆਪਣੇ ਵਿਚਾਰਾਂ ਨੂੰ ਬਹੁਤ ਸੁੰਦਰ ਢੰਗ ਨਾਲ ਰੂਪਮਾਨ ਕੀਤਾ ਹੈ ਅਤੇ ਕਾਵਿ ਕਲਾ ਦਾ ਉੱਤਮ ਨਮੂਨਾ ਪੇਸ਼ ਕੀਤਾ ਹੈ। ਇਹ ਚਿੰਨ੍ਹ ਅਤੇ ਰੂਪਕ ਆਮ ਜੀਵਨ ਵਿੱਚੋਂ ਲਏ ਗਏ ਹਨ, ਇਸ ਲਈ ਜਨ ਸਧਾਰਨ ਲੋਕ ਵੀ ਆਪ ਦੀ ਰਚਨਾ ਨੂੰ ਸਮਝ ਕੇ ਉਸ ਦਾ ਰਸ ਮਾਣ ਸਕਦੇ ਹਨ। ਸੁਲਤਾਨ ਬਾਹੂ ਨੇ ਬੜੇ ਭਾਵਪੂਰਤ ਢੰਗ ਨਾਲ ਫਕੀਰਾਂ ਦੇ ਉਸ ਮੁਕਾਮ ਦੀ ਕੈਫੀਅਤ ਵਰਣਨ ਕੀਤੀ ਹੈ ਜੋ ਮਨੁੱਖੀ ਸੰਕਲਪ ਤੋਂ ਪਰੇ ਹੈ ਤੇ ਜਿਸ ਦਾ ਇਨਸਾਨੀ ਭਾਸ਼ਾ ਵਿੱਚ ਕੋਈ ਨਾਮ ਨਹੀਂ ਰੱਖਿਆ ਜਾ ਸਕਦਾ। ਨਿਰਸੰਕੋਚ ਅਤੇ ਨਿਡਰ ਬਿਆਨ। ਸੁਲਤਾਨ ਬਾਹੂ ਨੇ ਨਿਰਸੰਕੋਚ ਅਤੇ ਨਿਡਰਤਾ ਨਾਲ ਹਕੀਕਤ ਨੂੰ ਜ਼ੁਬਾਨ ਦਿੱਤੀ ਹੈ। ਅਜਿਹਾ ਕਰਦੇ ਇਉਂ ਲੱਗਦਾ ਹੈ ਜਿਵੇਂ ਉਹ ਸ਼ਰੀਅਤ ਤੋਂ ਬਗਾਵਤ ਕਰ ਰਿਹਾ ਹੋਵੇ। ਅਜਿਹਾ ਬਿਆਨ ਕਰਦਾ ਬਾਹੂ ਬਿਲਕੁਲ ਬੇਲਿਹਾਜ਼ ਹੋ ਗਿਆ ਹੈ ਅਤੇ ਲਹਿਜੇ ਵਿੱਚ ਸਖਤੀ ਵਰਤੀ ਹੈ। ਇਉਂ ਜਾਪਦਾ ਹੈ ਜਿਵੇਂ ਉਸ ਦੇ ਮਨ ਅੰਦਰ ਸ਼ਰੀਅਤ ਦੇ ਕੈਦੀਆਂ ਵਿਰੁੱਧ ਰੋਹ ਜਾਗ ਪਿਆ ਹੋਵੇ। ਅਜਿਹਾ ਲਹਿਜਾ ਹੀ ਵਰਤ ਕੇ ਆਪ ਨੇ ਦੁਨੀਆ ਅਤੇ ਦੁਨੀਆਦਾਰਾਂ ਦੇ ਚਿਹਰੇ ਤੋਂ ਪਰਦਾ ਚੁੱਕ ਕੇ ਉਹਨਾਂ ਦਾ ਅਸਲ ਰੂਪ ਦਿਖਾਇਆ ਹੈ ਅਤੇ ਉਹਨਾਂ ਦੀ ਕੁਰੂਪਤਾ ਨੂੰ ਬੜੇ ਪ੍ਰਭਾਵਸ਼ਾਲੀ ਸ਼ਬਦਾਂ ਵਿੱਚ ਚਿਤਰਿਆ ਹੈ। ਅਲੰਕਾਰ ਵਿਧਾਨ। ਅਲੰਕਾਰ ਨੂੰ ਕਵਿਤਾ ਦਾ ਗਹਿਣਾ ਸਮਝਿਆ ਜਾਂਦਾ ਹੈ। ਇਸ ਦੀ ਸਹੀ ਤੇ ਯੋਗ ਵਰਤੋਂ ਵਿਸ਼ੇ ਵਸਤੂ ਦੀ ਪ੍ਰਭਾਵਕਤਾ ਉਪਜਾਉਣ ਦੇ ਨਾਲ ਸ਼ੈਲੀ ਦੀ ਪ੍ਰਭਾਵਕਤਾ ਨੂੰ ਵੀ ਜਨਮ ਦਿੰਦੀ ਹੈ। ਪਾਠਕ ਦੀ ਪਕੜ ਵਿੱਚ ਨਾ ਆ ਸਕਣ ਵਾਲੇ ਅਨੁਭਵਾਂ ਨੂੰ ਕਵੀ ਦ੍ਰਿਸ਼ਟਮਾਨ ਸੰਸਾਰ ਦੀਆਂ ਵਸਤਾਂ ਦਾ ਰੂਪ ਦੇ ਕੇ ਜਾਂ ਉਹਨਾਂ ਦੀ ਤੁਲਨਾ ਵਿੱਚ ਪੇਸ਼ ਕਰਦਾ ਹੈ। ਅਲੰਕਾਰਾਂ ਨੂੰ ਕਾਵਿ ਦੀ ਆਤਮਾ ਆਖਿਆ ਗਿਆ ਹੈ। ਡਾਕਟਰ ਪ੍ਰੇਮ ਪ੍ਰਕਾਸ਼ ਅਨੁਸਾਰ ਕਾਵਿ ਦੇ ਜ਼ਰੂਰੀ ਤੱਤਾਂ ਵਿੱਚੋਂ ਅਲੰਕਾਰ ਦਾ
ਇੱਕ ਮਹੱਤਵਪੂਰਨ ਸਥਾਨ ਹੈ। ਅਲੰਕਾਰ ਕਵਿਤਾ ਨੂੰ ਸੁਹਜ ਭਰਪੂਰ ਬਣਾ ਕੇ ਕਵਿਤਾ ਦੀ ਸ਼ੋਭਾ ਵਧਾਉਂਦੇ ਹਨ। ਇਹਨਾਂ ਦੀ ਵਰਤੋਂ ਭਾਰਤ ਵਿੱਚ ਬਹੁਤ ਚਿਰਾਂ ਤੋਂ ਹੁੰਦੀ ਆ ਰਹੀ ਹੈ। ਸੁਲਤਾਨ ਬਾਹੂ ਨੇ ਆਪਣੀਆਂ ਸਿਹਰਫੀਆਂ ਵਿੱਚ ਅਲੰਕਾਰਾਂ ਦੀ ਵਰਤੋਂ ਪ੍ਰਦਰਸ਼ਨ ਲਈ ਨਹੀਂ, ਸਗੋਂ ਆਪਣੀ ਕਵਿਤਾ ਵਿੱਚ ਸੁਹਜ ਭਰਨ ਲਈ ਕੀਤੀ ਹੈ। ਸ਼ਰਧਾ ਭਾਵਨਾ ਰਾਹੀਂ ਕਲਾਮ ਦਾ ਸੁਹਜ। ਸੁਲਤਾਨ ਬਾਹੂ ਦੇ ਸਿਹਰਫੀ ਕਾਵਿ ਦੀਆਂ ਅਤਿਅੰਤ ਸੁੰਦਰ ਪੰਕਤੀਆਂ ਵਿੱਚੋਂ ਉਹ ਹਨ ਜੋ ਉਸ ਨੇ ਮੁਰਸ਼ਦ ਦੇ ਪ੍ਰੇਮ ਵਿੱਚ ਆ ਕੇ ਲਿਖੀਆਂ ਹਨ। ਇਹਨਾਂ ਵਿੱਚ ਮੁਰਸ਼ਦ ਲਈ ਪ੍ਰੇਮ ਅਤੇ ਸ਼ਰਧਾ ਕੁੱਟ-ਕੁੱਟ ਕੇ ਭਰੀ ਹੋਈ ਹੈ। ਇਹਨਾਂ ਪੰਕਤੀਆਂ ਵਿੱਚੋਂ ਇੱਕ ਮੁਰੀਦ ਦਾ ਜੀਵਨ ਛਲਕਦਾ ਹੈ ਜੋ ਆਪਣੇ ਮੁਰਸ਼ਦ ਵਿੱਚ ਜਜ਼ਬ ਹੋ ਕੇ ਉਸ ਦਾ ਰੂਪ ਹੋ ਚੁੱਕਾ ਹੋਵੇ। ਕਰੁਣਾ ਤੇ ਦਰਦ ਦੀ ਕਵਿਤਾ। ਸੁਲਤਾਨ ਬਾਹੂ ਦਾ ਸਿਹਰਫੀ ਕਾਵਿ ਕਰੁਣਾ ਅਤੇ ਦਰਦ ਦਾ ਬੇਨਤੀ ਭਰਪੂਰ ਕਾਵਿ ਹੈ। ਇਸ਼ਕ ਤੇ ਬਿਰਹਾ ਦੀ ਉਹ ਜਦ ਗੱਲ ਕਰਦਾ ਹੈ ਤਾਂ ਲੋਹੜੇ ਦੀ ਪੀੜ ਤੇ ਕਰੁਣਾ ਦੀ ਕਸਕ ਪੈਦਾ ਹੁੰਦੀ ਹੈ। ਇਸ਼ਕ ਦਾ ਵੇਗ ਜਦ ਬਿਰਹਾ ਵਿੱਚ ਬਦਲ ਜਾਂਦਾ ਹੈ ਤਾਂ ਇਹ ਪਲ-ਪਲ ਕਰੁਣਾ ਅਤੇ ਅਰਜ਼ੋਈਆਂ ਦਾ ਪ੍ਰਗਟਾਵਾ ਕਰਦਾ ਹੈ। ਇਹ ਸਿਹਰਫੀ ਕਾਵਿ ਦਿਮਾਗੀ ਬੁੱਧ ਵਿਵੇਕ ਦੀ ਉਪਜ ਨਹੀਂ, ਸਗੋਂ ਹਿਰਦੇ ਦੀਆਂ ਡੂੰਘਾਈਆਂ ਵਿੱਚੋਂ ਨਿਕਲੀ ਹੋਈ ਹੂਕ ਹੈ। ਕੋਈ ਵੀ ਪ੍ਰੇਮੀ ਹਿਰਦਾ ਜਦ ਇਸ ਨੂੰ ਪੜ੍ਹਦਾ ਸੁਣਦਾ ਹੈ ਤਾਂ ਇਸ ਦਾ ਸੇਕ ਮਹਿਸੂਸ ਕਰਦਾ ਹੈ। ਸਿੱਟਾ। ਇਸ ਸਾਰੀ ਵਿਚਾਰ ਚਰਚਾ ਤੋਂ ਇਸ ਸਿੱਟੇ ਤੇ ਪੁੱਜਿਆ ਜਾਂਦਾ ਹੈ ਕਿ ਬਾਹੂ ਦੇ ਸਿਹਰਫੀ ਕਾਵਿ ਵਿੱਚ ਭਾਵ ਪ੍ਰਗਟਾ ਸਾਦਾ ਤੇ ਸਹਿਜ ਰਵਾਨੀ ਵਾਲਾ ਹੈ ਤੇ ਕਿਸੇ ਤਰ੍ਹਾਂ ਦੀ ਬਨਾਵਟ ਨਜ਼ਰ ਨਹੀਂ ਆਉਂਦੀ। ਇਹ ਇੱਕ ਫਕੀਰ ਦਾ ਕਲਾਮ ਹੈ ਜਿਸ ਵਿੱਚੋਂ ਹਯਾਤੀ ਦਾ ਜੀਵਨ ਫੁੱਟਦਾ ਹੈ। ਕਲਾਮ ਵਿੱਚ ਥਾਂ-ਥਾਂ ਰੂਹਾਨੀ ਰਮਜ਼ਾਂ ਗੁੰਦੀਆਂ ਹਨ ਜੋ ਚਿੰਨ੍ਹਾਂ, ਪ੍ਰਤੀਕਾਂ, ਰੂਪਕਾਂ ਅਤੇ ਅਲੰਕਾਰਾਂ ਦਾ ਚਮਕਾਰਾ ਮਾਰਦੀਆਂ ਹਨ। ਧੰਨਵਾਦ।